ਹੈਲੋ ਸਟੂਡੈਂਟਸ, ਅੱਜ ਆਪਾਂ 5th ਕਲਾਸ ਦੀ ਪੰਜਾਬੀ ਦੀ ਜਿਹੜੀ ਵਿਆਕਰਣ ਬੁੱਕ ਹੈ, ਅੱਜ ਆਪਾਂ ਉਹਦਾ ਫਸਟ ਚੈਪਟਰ ਕਰਾਂਗੇ। ਠੀਕ ਹੈ, ਇਹਦਾ ਜਿਹੜਾ ਫਸਟ ਚੈਪਟਰ ਹੈ ਉਹ ਬੋਲੀ ਜਾਂ ਭਾਸ਼ਾ ਹੈ। ਮਾਂ ਬੋਲੀ ਲੈਸਨ ਆਪਾਂ ਪਹਿਲਾਂ ਕਰ ਚੁੱਕੇ ਹਾਂ, ਜੋ ਕਿ ਰੀਡਰ ਬੁੱਕ ਦਾ ਫਸਟ ਚੈਪਟਰ ਹੈ। ਅੱਜ ਹੁਣ ਆਪਾਂ ਵਿਆਕਰਣ ਬੁੱਕ ਦਾ ਫਸਟ ਚੈਪਟਰ ਕਰਾਂਗੇ, ਬੋਲੀ ਜਾਂ ਭਾਸ਼ਾ, ਲੈਂਗੁਏਜ। ਠੀਕ ਹੈ, ਸਭ ਤੋਂ ਪਹਿਲਾਂ ਭਾਸ਼ਾ ਹੈ ਕੀ, ਇਹ ਪੜ੍ਹਾਂਗੇ। ਮਨੁੱਖ ਸਭ ਤੋਂ ਵਿਕਸਿਤ ਪ੍ਰਾਣੀ ਹੈ। ਉਸ ਵਿੱਚ ਸੋਚਣ ਅਤੇ ਸਮਝਣ ਦੀ ਸ਼ਕਤੀ ਹੈ। ਇਸ ਤੋਂ ਇਲਾਵਾ ਉਸ ਨੂੰ ਇੱਕ ਅਜਿਹਾ ਵਰਦਾਨ ਵੀ ਮਿਲਿਆ ਹੋਇਆ ਹੈ, ਜਿਸ ਰਾਹੀਂ ਉਹ ਆਪਣੇ ਭਾਵਾਂ ਅਤੇ ਵਿਚਾਰਾਂ ਨੂੰ ਦੂਜਿਆਂ ਅੱਗੇ ਬੋਲ ਕੇ ਜਾਂ ਲਿਖ ਕੇ ਪ੍ਰਗਟ ਕਰ ਸਕਦਾ ਹੈ। ਕੀ ਹੈ ਭਾਸ਼ਾ, ਕੀ ਹੈ ਬੋਲੀ? ਬੋਲੀ ਜਿਹੜੀ ਹੈ ਵਿਚਾਰਾਂ ਨੂੰ ਆਦਾਨ ਪ੍ਰਦਾਨ ਕਰਨ ਦਾ ਸਾਧਨ ਹੈ। ਇਹ ਅਜਿਹੀ ਚੀਜ਼ ਹੈ ਜਿਹਦੇ ਰਾਹੀਂ ਅਸੀਂ ਆਪਣੀ ਮਨ ਦੀ ਗੱਲ, ਮਨ ਦੇ ਵਿਚਾਰ ਦੂਜਿਆਂ ਤੱਕ ਲਿਖ ਕੇ ਜਾਂ ਬੋਲ ਕੇ ਪਹੁੰਚਾਉਂਦੇ ਹਾਂ। ਠੀਕ ਹੈ, ਭਾਸ਼ਾ ਤੋਂ ਬਿਨਾਂ ਨਾ ਹੀ ਤਾਂ ਆਪਾਂ ਕਿਸੇ ਨੂੰ ਆਪਣੀ ਗੱਲ ਕਹਿ ਸਕਦੇ ਹਾਂ ਅਤੇ ਨਾ ਹੀ ਆਪਾਂ ਕਿਸੇ ਦੀ ਗੱਲ ਨੂੰ ਸਮਝ ਸਕਦੇ ਹਾਂ। ਠੀਕ ਹੈ, ਜੇ ਭਾਸ਼ਾ ਨਾ ਹੁੰਦੀ ਤਾਂ ਆਪਾਂ ਜਿਹੜਾ ਕੁਛ ਹੁਣ ਬੋਲ ਕੇ ਇੱਕ ਦੂਜੇ ਨਾਲ ਸ਼ੇਅਰ ਕਰਦੇ ਹਾਂ, ਉਹ ਆਪਾਂ ਕਿਵੇਂ ਕਰਨਾ ਸੀ? ਨਹੀਂ ਕਰ ਪਾਉਣਾ ਸੀ ਨਾ, ਇਸ਼ਾਰਿਆਂ ਦੇ ਥਰੂ ਗੱਲਾਂ ਹੋਣੀਆਂ ਸੀ। ਬਟ ਇਸ਼ਾਰੇ ਆਪਾਂ ਕੁਝ ਹੱਦ ਤੱਕ ਸਮਝ ਸਕਦੇ ਹਾਂ, ਜ਼ਿਆਦਾ ਗੱਲਾਂ ਤਾਂ ਇਸ਼ਾਰਿਆਂ ਦੇ ਰਾਹੀਂ ਵੀ ਨਹੀਂ ਹੋ ਸਕਦੀਆਂ, ਹੈ ਨਾ। ਅਤੇ ਇਸ ਲਈ ਬੋਲੀ ਜਾਂ ਭਾਸ਼ਾ ਜਿਹੜੀ ਉਹ ਮਨੁੱਖ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਠੀਕ ਹੈ, ਐਗਜ਼ਾਮਪਲਸ ਦਿੱਤੀਆਂ ਹੋਈਆਂ। ਮਾਸਟਰ ਜੀ ਨੇ ਸਾਰਿਆਂ ਸਾਹਮਣੇ ਮੈਨੂੰ ਸ਼ਾਬਾਸ਼ ਕਿਹਾ। ਇਹ ਤਾਂ ਦੱਸੋ ਕਿ ਸ਼ਾਬਾਸ਼ ਕਿਉਂ ਕਿਹਾ? ਬੱਚੀ ਆਪਣੇ ਪਾਪਾ ਨਾਲ ਗੱਲ ਕਰ ਰਹੀ ਹੈ। ਠੀਕ ਹੈ, ਮੈਂ ਆਪਣੀ ਜਮਾਤ ਵਿੱਚੋਂ ਅਵਲ ਆਈ, ਵੇਖੋ ਮੇਰਾ ਅੰਕ ਕਾਰਡ। ਜ਼ਰੂਰੀ ਨਹੀਂ ਰੌਸ਼ਨੀ ਦੀਵਿਆਂ ਨਾਲ ਹੀ ਹੋਵੇ, ਧੀਆਂ ਵੀ ਘਰ ਉਜਾਲਾ ਕਰਦੀਆਂ ਹਨ। ਠੀਕ ਹੈ, ਇਹ ਉਹਨਾਂ ਦੀ ਕਨਵਰਸੇਸ਼ਨ ਦਿਖਾਈ ਗਈ ਹੈ ਵੀ ਉਹ ਕਿਵੇਂ ਬੋਲ ਕੇ ਆਪਦੀ ਗੱਲ ਇੱਕ ਦੂਜੇ ਨਾਲ ਸ਼ੇਅਰ ਕਰ ਰਹੇ ਹੈ। ਠੀਕ ਹੈ, ਇਹ ਸਿਰਫ ਅਗਰ ਉਹ ਸ਼ੇਅਰ ਕਰ ਪਾ ਰਹੇ ਤਾਂ ਇਹ ਸਿਰਫ ਬੋਲੀ ਜਾਂ ਭਾਸ਼ਾ ਦੇ ਕਰਕੇ ਹੀ ਪੋਸੀਬਲ ਹੋ ਸਕਿਆ। ਠੀਕ ਹੈ, ਉਪਰੋਕਤ ਚਿੱਤਰਾਂ ਵਿੱਚ ਧੀ ਨੇ ਆਪਣੇ ਦਿਲ ਦੀ ਖੁਸ਼ੀ ਦਾ ਪ੍ਰਗਟਾਵਾ ਬੋਲ ਕੇ ਆਪਣੇ ਪਾਪਾ ਅੱਗੇ ਕੀਤਾ। ਪਾਪਾ ਨੇ ਸੁਣ ਕੇ ਉਸਦੀ ਸਾਰੀ ਗੱਲ ਸਮਝੀ ਅਤੇ ਪ੍ਰਸ਼ੰਸਾ ਕੀਤੀ। ਠੀਕ ਹੈ, ਅੱਗੇ ਕੀ ਹੈ? ਮਹਿਰੂਪ ਅਤੇ ਸਵਰੂਪ ਪਾਰਕ ਵਿੱਚ ਘੁੰਮ ਰਹੇ ਹਨ। ਸਵਰੂਪ ਨੂੰ ਪਿਆਸ ਲੱਗਦੀ ਹੈ, ਉਹ ਨਲ ਖੋਲ੍ਹ ਕੇ ਪਾਣੀ ਪੀਂਦਾ ਹੈ ਅਤੇ ਨਲ ਖੁੱਲ੍ਹਾ ਛੱਡ ਕੇ ਚਲਾ ਜਾਂਦਾ ਹੈ। ਇਹ ਵੇਖ ਕੇ ਸਾਹਿਲ ਉਸ ਨੂੰ ਪਾਰਕ ਵਿੱਚ ਲੱਗਾ ਬੋਰਡ ਪੜ੍ਹਨ ਲਈ ਕਹਿੰਦਾ ਹੈ ਅਤੇ ਬੋਰਡ 'ਤੇ ਲਿਖ ਕੇ ਸਮਝਾਈ ਗਈ ਗੱਲ ਨੂੰ ਪੜ੍ਹ ਕੇ ਸਵਰੂਪ ਨਲ ਬੰਦ ਕਰ ਦਿੰਦਾ ਹੈ। ਇਹਦੇ ਵਿੱਚ ਕੀ ਸੀ? ਭਾਸ਼ਾ। ਇਹਦੇ ਰਾਹੀਂ ਕੀ ਦੱਸਿਆ ਗਿਆ ਹੈ ਇਸ ਐਗਜ਼ਾਮਪਲ ਰਾਹੀਂ? ਕਿ ਭਾਸ਼ਾ ਨੂੰ ਆਪਾਂ ਲਿਖੇ ਹੋਏ ਤਰੀਕੇ ਨਾਲ ਵੀ ਸਮਝ ਸਕਦੇ ਹਾਂ। ਭਾਸ਼ਾ ਨੂੰ ਆਪਾਂ ਦੋ ਤਰੀਕਿਆਂ ਨਾਲ ਸਮਝ ਸਕਦੇ ਹਾਂ, ਇੱਕ ਤਾਂ ਬੋਲ ਕੇ, ਇੱਕ ਲਿਖ ਕੇ। ਠੀਕ ਹੈ, ਜਦੋਂ ਉਹਨੇ ਬੋਰਡ 'ਤੇ ਲਿਖਿਆ ਪੜ੍ਹਿਆ ਜਲ ਹੀ ਜੀਵਨ ਹੈ, ਇਸ ਨੂੰ ਬਰਬਾਦ ਨਾ ਕਰੋ, ਤਾਂ ਉਹਨੂੰ ਸਮਝ ਆ ਗਿਆ ਵੀ ਪਾਣੀ ਨੂੰ ਨਹੀਂ ਬਰਬਾਦ ਕਰਨਾ। ਉਹਨੇ ਤੁਰੰਤ ਜਾ ਕੇ ਟੈਪ ਨੂੰ ਬੰਦ ਕਰਤਾ। ਠੀਕ ਹੈ, ਅਸੀਂ ਆਪਣੇ ਦਿਲ ਦੀ ਗੱਲ ਨੂੰ ਬੋਲ ਕੇ ਜਾਂ ਲਿਖ ਕੇ ਦੂਸਰਿਆਂ ਨੂੰ ਦੱਸਦੇ ਹਾਂ ਅਤੇ ਦੂਜਿਆਂ ਦੀ ਗੱਲ ਨੂੰ ਸੁਣ ਕੇ ਜਾਂ ਪੜ੍ਹ ਕੇ ਆਸਾਨੀ ਨਾਲ ਸਮਝ ਲੈਂਦੇ ਹਾਂ। ਬੋਲੀ ਤੋਂ ਬਿਨਾਂ ਇਸ਼ਾਰੇ ਜਾਂ ਕੂਕਾਂ ਰਾਹੀਂ ਵੀ ਆਪਣੇ ਮਨ ਦੀ ਗੱਲ ਸਮਝਾਉਣ ਦੇ ਯਤਨ ਕੀਤੇ ਜਾਂਦੇ ਹਨ। ਪਲੇਟਫਾਰਮ 'ਤੇ ਖੜ੍ਹੀ ਗੱਡੀ, ਰੇਲ ਗੱਡੀ ਦਾ ਗਾਰਡ ਹਰੀ ਝੰਡੀ ਵਿਖਾ ਕੇ ਡਰਾਈਵਰ ਨੂੰ ਗੱਡੀ ਚਲਾਉਣ ਦਾ ਇਸ਼ਾਰਾ ਦਿੰਦਾ ਹੈ। ਚੌਂਕ ਵਿੱਚ ਖੜ੍ਹਾ ਟ੍ਰੈਫਿਕ ਪੁਲਿਸ ਦਾ ਸਿਪਾਹੀ ਇਸ਼ਾਰੇ ਕਰਕੇ ਹੱਥ ਨਾਲ ਟ੍ਰੈਫਿਕ ਨੂੰ ਰੁਕਣ ਜਾਂ ਚੱਲਣ ਦਾ ਇਸ਼ਾਰਾ ਕਰਦਾ ਹੈ। ਠੀਕ ਹੈ, ਗੂੰਗੇ, ਬਹਿਰੇ ਅਤੇ ਛੋਟੇ ਬੱਚੇ ਵੀ ਅਜਿਹੇ ਇਸ਼ਾਰੇ ਹੀ ਕਰਦੇ ਹਨ, ਪਰ ਇਹਨਾਂ ਇਸ਼ਾਰਿਆਂ ਦੀ ਅਜਿਹੀ ਭਾਸ਼ਾ ਨਹੀਂ ਹੁੰਦੀ ਜਿਸ ਰਾਹੀਂ ਮਨ ਦੀ ਗੱਲ ਦੂਜਿਆਂ ਤੱਕ ਪਹੁੰਚਾਈ ਜਾ ਸਕੇ। ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ, ਬੋਲੀ ਜਾਂ ਭਾਸ਼ਾ ਲਿਖਤੀ ਜਾਂ ਜ਼ੁਬਾਨੀ ਦੋਨਾਂ ਰੂਪਾਂ ਵਿੱਚ ਜ਼ਰੂਰੀ ਹੈ। ਜੇ ਇਹ ਨਾ ਹੁੰਦੀ, ਆਪਾਂ ਇਸ਼ਾਰਿਆਂ ਰਾਹੀਂ ਗੱਲਾਂ ਕਰਨੀਆਂ ਸੀ, ਬਟ ਇਸ਼ਾਰਿਆਂ ਰਾਹੀਂ ਉਸ ਹੱਦ ਤੱਕ ਪੋਸੀਬਲ ਨਹੀਂ ਸੀ ਕਿ ਆਪਾਂ ਆਪਣੀਆਂ ਹਰੇਕ ਗੱਲ, ਮਨ ਦੀ ਸਾਰੀ ਗੱਲ ਦੂਜਿਆਂ ਤੱਕ ਪਹੁੰਚਾ ਸਕਦੇ। ਠੀਕ ਹੈ, ਇਸ ਲਈ ਬੋਲੀ ਜਾਂ ਭਾਸ਼ਾ ਜਿਹੜੀ ਉਹ ਬਹੁਤ ਹੀ ਜ਼ਰੂਰੀ ਹੈ। ਠੀਕ ਹੈ, ਅੱਗੇ ਹੈ ਬੋਲੀ ਜਾਂ ਭਾਸ਼ਾ ਦੀ ਪਰਿਭਾਸ਼ਾ। ਉਹ ਸਾਧਨ ਜਿਸ ਦੇ ਦੁਆਰਾ ਅਸੀਂ ਆਪਣੇ ਵਿਚਾਰਾਂ ਨੂੰ ਬੋਲ ਕੇ ਜਾਂ ਲਿਖ ਕੇ ਦੂਜਿਆਂ ਅੱਗੇ ਪ੍ਰਗਟ ਕਰਦੇ ਹਾਂ, ਉਸ ਨੂੰ ਬੋਲੀ ਜਾਂ ਭਾਸ਼ਾ ਕਿਹਾ ਜਾਂਦਾ ਹੈ। ਬੋਲੀ ਦੀਆਂ ਕਿੰਨੀਆਂ ਟਾਈਪਸ ਹੈ, ਕਿੰਨੀਆਂ ਕਿਸਮਾਂ? ਬੋਲੀ ਦੋ ਪ੍ਰਕਾਰ ਦੀ ਹੁੰਦੀ ਹੈ, ਆਮ ਬੋਲਚਾਲ ਦੀ ਬੋਲੀ, ਲਿਖਤੀ ਜਾਂ ਸਾਹਿਤਕ ਬੋਲੀ। ਆਮ ਬੋਲਚਾਲ ਦੀ ਬੋਲੀ ਕੀ ਹੁੰਦੀ ਹੈ? ਆਮ ਬੋਲਚਾਲ ਦੀ ਬੋਲੀ ਜਿਹੜੀ ਹੈ ਇਹ ਆਮ ਲੋਕਾਂ ਦੀ ਆਮ ਬੋਲੀ ਹੁੰਦੀ ਹੈ, ਜਿਹਦੇ ਵਿੱਚ ਹੁਣ ਆਪਾਂ ਗੱਲਾਂ ਕਰਦੇ ਹਾਂ, ਆਪਾਂ ਆਪਦੀ ਗੱਲ ਇੱਕ ਤੋਂ ਦੂਜੇ ਤੱਕ ਪਹੁੰਚਾਉਂਦੇ ਹਾਂ। ਠੀਕ ਹੈ, ਇਹਨੂੰ ਕਿਹਾ ਜਾਂਦਾ ਹੈ ਆਮ ਬੋਲਚਾਲ ਦੀ ਬੋਲੀ। ਠੀਕ ਹੈ, ਐਗਜ਼ਾਮਪਲਸ ਦਿੱਤੀਆਂ ਹੋਈਆਂ। ਠੀਕ ਹੈ, ਲਿਖਤੀ ਜਾਂ ਸਾਹਿਤਕ ਬੋਲੀ ਕੀ ਹੈ? ਇਹਦੇ ਵਿੱਚ ਕੀ ਹੈ, ਆਪਾਂ ਆਪਣੇ ਮਨ ਦੀ ਗੱਲ ਲਿਖ ਕੇ ਦੂਜਿਆਂ ਅੱਗੇ ਪਹੁੰਚਾਉਂਦੇ ਹਾਂ। ਇਹ
ਲਿਖਤੀ ਜਾਂ ਸਾਹਿਤਕ ਬੋਲੀ ਅਖਵਾਉਂਦੀ ਹੈ। ਇਹ ਸ਼ੁੱਧ ਭਾਸ਼ਾ ਹੁੰਦੀ ਹੈ ਅਤੇ ਵਿਆਕਰਨਕ ਨਿਯਮਾਂ ਅਨੁਸਾਰ ਵਰਤੀ ਜਾਂਦੀ ਹੈ। ਇਸ ਭਾਸ਼ਾ ਦੀ ਵਰਤੋਂ ਲੇਖਕ ਅਤੇ ਸਾਹਿਤਕਾਰ ਆਪਣੀਆਂ ਰਚਨਾਵਾਂ ਵਿੱਚ ਕਰਦੇ ਹਨ। ਲਿਖਤੀ ਭਾਸ਼ਾ ਬੋਲੀ ਜਿਹੜੀ ਬੋਲਚਾਲ ਵਾਲੀ ਬੋਲੀ ਹੁੰਦੀ ਹੈ ਉਹਦੇ ਵਿੱਚ ਕੋਈ ਵਿਆਕਰਨ ਕੋਈ ਇੱਦਾਂ ਦੇ ਨਿਯਮਾਂ ਦਾ ਜਿਹੜਾ ਪਾਲਣ ਨਹੀਂ ਕੀਤਾ ਜਾਂਦਾ, ਬਟ ਜਿਹੜੀ ਲਿਖਤੀ ਭਾਸ਼ਾ ਹੁੰਦੀ ਹੈ ਉਹਦੇ ਵਿੱਚ ਵਿਆਕਰਨਕ ਨਿਯਮਾਂ ਦੀ ਪਾਲਣਾ ਸਖਤੀ ਨਾਲ ਕੀਤੀ ਜਾਂਦੀ ਹੈ। ਮਾਤਰਾਵਾਂ ਵਗੈਰਾ ਦਾ ਧਿਆਨ ਪੂਰੀ ਤਰ੍ਹਾਂ ਰੱਖਿਆ ਜਾਂਦਾ ਹੈ। ਠੀਕ ਹੈ, ਅੱਗੇ ਦੇਖੋ, ਇਹਨਾਂ ਚਿੱਤਰਾਂ ਵਿੱਚ ਲਿਖਤੀ ਬੋਲੀ ਦੇ ਰੂਪ ਵੇਖੋ। ਚਾਪਲੂਸਾਂ ਤੋਂ ਬਚੋ। ਪਿਆਰੇ ਪਾਪਾ, ਤੁਹਾਨੂੰ ਇਹ ਪੜ੍ਹ ਕੇ ਬੇਹੱਦ ਖੁਸ਼ੀ ਹੋਵੇਗੀ, ਮੈਂ ਜ਼ਿਲ੍ਹੇ ਵਿੱਚੋਂ ਵੱਲ ਰਹਿ ਕੇ, ਪਾਪਾ ਨੂੰ ਲੈਟਰ ਲਿਖਿਆ ਹੋਇਆ ਬੱਚੇ ਨੇ ਵੀ ਮੈਂ ਜਮਾਤ ਵਿੱਚੋਂ ਪਾਸ ਹੋਇਆ, ਉਹਨੇ ਲਿਖ ਕੇ ਦੱਸਿਆ ਹੋਇਆ ਆਪਣੇ ਪਾਪਾ ਨੂੰ। ਠੀਕ ਹੈ, ਇਸ ਤਰ੍ਹਾਂ ਉਪਰੋਕਤ ਚਿੱਤਰਾਂ ਵਿੱਚ ਜਿਵੇਂ ਹੁਣ ਤੁਹਾਨੂੰ ਕਲਾਸ ਦੇ ਵਿੱਚ ਵੀ ਪੜ੍ਹਾਉਣੇ ਆ, ਠੀਕ ਹੈ, ਬੋਰਡ ਦੇ ਉੱਤੇ ਟੀਚਰ ਲਿਖਦਾ ਨਾ, ਤੁਸੀਂ ਉਹਨੂੰ ਲਿਖਤੀ ਨੂੰ ਸਮਝਦੇ ਹੋ, ਤੁਸੀਂ ਜਿਵੇਂ ਲਿਖਿਆ ਹੁੰਦਾ ਟੀਚਰ ਨੇ, ਠੀਕ ਹੈ, ਉਸੇ ਤਰ੍ਹਾਂ ਤੁਸੀਂ ਓਨਾ ਹੀ ਸਮਝਦੇ ਹੋ। ਠੀਕ ਹੈ, ਇਹ ਕੀ ਹੈ, ਉਹਦੇ ਵਿੱਚ ਪੂਰੀ ਤਰ੍ਹਾਂ ਅੱਛੀ ਤਰ੍ਹਾਂ ਮਤਲਬ ਉਹਨੂੰ ਪਿਓਰੀਫਾਈ ਕਰਕੇ ਲਿਖਿਆ ਹੁੰਦਾ ਹੈ, ਓਨਾ ਹੀ ਲਿਖਿਆ ਹੁੰਦਾ ਹੈ ਜਿੰਨੀ ਦੀ ਜ਼ਰੂਰਤ ਹੁੰਦੀ ਹੈ। ਠੀਕ ਹੈ, ਉਹਦੇ ਵਿੱਚ ਕੁਛ ਵੀ ਇਸ ਤਰ੍ਹਾਂ ਨਹੀਂ ਕਿ ਹਾਂ ਜਿਵੇਂ ਆਪਾਂ ਬੋਲੀ ਜਾਂਦੇ ਹਾਂ ਆਪਣੀਆਂ ਆਪ ਗੱਲਾਂ ਬਾਤਾਂ ਕਰੀ ਜਾਂਦੇ ਹਾਂ ਉਹ ਸਾਰੀਆਂ ਉਹਦੇ ਉੱਤੇ ਲਿਖੀਆਂ ਗਈਆਂ, ਨਹੀਂ, ਉਹਦੇ ਵਿੱਚ ਪੂਰੀ ਮਤਲਬ ਗ੍ਰਾਮੈਟਿਕ ਨਿਯਮਾਂ ਦੀ ਪਾਲਣਾ ਕੀਤੀ ਹੁੰਦੀ ਹੈ, ਪੂਰੇ ਵਿਆਕਰਨਿਕ ਨਿਯਮਾਂ ਦਾ ਪਾਲਣ ਕੀਤਾ ਗਿਆ ਹੁੰਦਾ। ਠੀਕ ਹੈ, ਇਸ ਤਰ੍ਹਾਂ ਉਪਰੋਕਤ ਚਿੱਤਰਾਂ ਵਿੱਚ ਅਧਿਆਪਕ ਨੇ ਬਲੈਕ ਬੋਰਡ 'ਤੇ ਲਿਖਿਆ ਅਤੇ ਵਿਦਿਆਰਥੀ ਨੇ ਕਾਪੀ 'ਤੇ ਲਿਖ ਲਿਆ। ਸਿਰਫ ਮਨੁੱਖ ਹੀ ਭਾਸ਼ਾ ਦੀ ਵਰਤੋਂ ਕਰਦਾ ਹੈ, ਬਾਕੀ ਜੀਵ ਜੰਤੂ ਸਿਰਫ ਆਵਾਜ਼ਾਂ ਹੀ ਕੱਢਦੇ ਹਨ, ਜਿਵੇਂ ਕਾਂ ਕਾਂ, ਮਿਉਂ ਮਿਉਂ, ਬਹੁ ਬਹੁ, ਕਿਉਂ ਕਿਉਂ, ਗਰਜਨਾ, ਕੁਹੂ ਕੁਹੂ। ਠੀਕ ਹੈ, ਦੇਖਿਆ ਹੀ ਹੈ ਤੁਸੀਂ, ਸਿਰਫ ਆਪਾਂ ਮਨੁੱਖ ਹੀ ਭਾਸ਼ਾ ਦੀ ਵਰਤੋਂ ਕਰਦੇ ਹਾਂ, ਬਾਕੀ ਤਾਂ ਸਾਰੇ ਜਾਨਵਰ ਹੈ ਜਿਹੜੇ ਉਹ ਸਾਊਂਡਸ ਕੱਢਦੇ ਆ ਅਲੱਗ ਅਲੱਗ। ਠੀਕ ਹੈ, ਪੰਜਾਬ ਦੀਆਂ ਭਾਸ਼ਾਵਾਂ। ਪੰਜਾਬ ਵਿੱਚ 3 ਭਾਸ਼ਾਵਾਂ ਬੋਲੀਆਂ ਜਾਂਦੀਆਂ, ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ। ਪੰਜਾਬੀ ਸਾਰੇ ਪੰਜਾਬੀਆਂ ਦੀ ਮਾਂ ਬੋਲੀ ਹੈ ਅਤੇ ਇਹ ਬੱਚਾ ਆਪਣੀ ਮਾਂ ਤੋਂ ਹੀ ਸਿੱਖਦਾ ਹੈ। ਮਾਂ ਬੋਲੀ ਕੀ ਹੁੰਦੀ ਹੈ, ਜਿਹੜੀ ਬੱਚਾ ਆਪਣੀ ਮਾਂ ਤੋਂ ਜਨਮ ਤੋਂ ਸਿੱਖਦਾ ਹੈ। ਹੌਲੀ ਹੌਲੀ ਬੱਚਾ ਇਹਨੂੰ ਪੰਜਾਬੀ ਭਾਸ਼ਾ ਨੂੰ ਬੋਲਣੀ ਸਿੱਖ ਲੈਂਦਾ ਹੈ। ਸਾਨੂੰ ਸਾਡੇ ਪੰਜਾਬੀ ਹੋਣ ਅਤੇ ਪੰਜਾਬੀ ਬੋਲਣ 'ਤੇ ਮਾਣ ਹੈ। ਹਿੰਦੀ ਭਾਸ਼ਾ, ਹਿੰਦੀ ਦੇਸ਼ ਦੀ ਰਾਸ਼ਟਰ ਭਾਸ਼ਾ ਹੈ, ਭਾਰਤ ਦੀ ਦੇਸ਼ ਦੀ। ਠੀਕ ਹੈ, ਭਾਰਤ ਦੇ ਅਲੱਗ ਅਲੱਗ ਰਾਜਾਂ ਵਿੱਚ ਅਲੱਗ ਅਲੱਗ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ, ਪਰ ਹਿੰਦੀ ਸਾਰੇ ਦੇਸ਼ ਨੂੰ ਇੱਕ ਸੁਰ ਅਤੇ ਇੱਕ ਡੋਰ ਵਿੱਚ ਬੰਨ੍ਹਦੀ ਹੈ। ਹਿੰਦੀ ਭਾਸ਼ਾ ਦਾ ਗਿਆਨ ਹਰ ਭਾਰਤੀ ਲਈ ਹੋਣਾ ਬਹੁਤ ਜ਼ਰੂਰੀ ਹੈ। ਅੰਗਰੇਜ਼ੀ ਸਮੁੱਚੀ ਦੁਨੀਆ ਦੀ ਅੰਤਰਰਾਸ਼ਟਰੀ ਭਾਸ਼ਾ ਹੈ, ਇਸ ਦਾ ਗਿਆਨ ਹੋਣਾ ਜ਼ਰੂਰੀ ਹੈ। ਪੰਜਾਬ ਵਿੱਚ ਵੀ ਅੰਗਰੇਜ਼ੀ ਪੜ੍ਹਾਈ ਜਾਂਦੀ ਹੈ। ਇਸ ਭਾਸ਼ਾ ਰਾਹੀਂ ਕੀ ਹੁੰਦਾ ਹੈ, ਅੰਤਰਰਾਸ਼ਟਰੀ ਸੰਬੰਧ ਕਾਇਮ ਕੀਤੇ ਜਾ ਸਕਦੇ ਹਨ। ਕਈ ਬੱਚਿਆਂ ਨੇ ਬਾਹਰ ਜਾਣਾ ਹੁੰਦਾ ਹੈ, ਠੀਕ ਹੈ, ਕੈਨੇਡਾ, ਆਸਟ੍ਰੇਲੀਆ, ਅਮੈਰੀਕਾ, ਉੱਥੇ ਉਹਨਾਂ ਦੀ ਇੰਗਲਿਸ਼ ਜਿਹੜੀ ਹੈ ਬੜੀ ਹੀ ਯੂਜ਼ਫੁਲ ਹੁੰਦੀ ਹੈ, ਗੱਲ ਕਰਨ ਲਈ ਬੜੀ ਹੈਲਪਫੁਲ ਹੁੰਦੀ ਹੈ। ਠੀਕ ਹੈ, ਅੱਗੇ ਕੀ ਹੈ, ਨਮੂਨੇ ਦਿੱਤੇ ਹੋਏ ਆ, ਇਹਨਾਂ ਨੂੰ ਪੜ੍ਹਨਾ ਅਤੇ ਸਮਝਣਾ। ਜਿਹੜੇ ਬੱਚੇ ਮਨ ਲਗਾ ਕੇ ਨਹੀਂ ਪੜ੍ਹਦੇ ਉਹ ਪਿੱਛੇ ਰਹਿ ਜਾਂਦੇ ਹਨ। ਸ਼੍ਰੀਮਾਨ ਜੀ, ਅਸੀਂ ਚੰਗੀ ਤਰ੍ਹਾਂ ਪੜ੍ਹਾਈ ਕਰਾਂਗੇ, ਸਕੂਲ ਦਾ ਨਾਂ ਰੋਸ਼ਨ ਕਰਾਂਗੇ, ਇਹ ਕੌਨਵਰਸੇਸ਼ਨ ਦਿੱਤੀ ਹੋਈ ਹੈ। ਠੀਕ ਹੈ, ਹਿੰਦੀ बोली हुई है। मैं स्वाति हूँ, मुझे पढ़ने का बहुत शौक है, इसलिए मैं प्रतिदिन स्कूल जाती हूँ। ठीक है, हेलो फ्रेंड्स, हैव यू एनी स्टोरी बुक। ठीक है, ਇਹ ਸਾਰੀਆਂ ਭਾਸ਼ਾਵਾਂ ਦੇ ਤੁਹਾਨੂੰ ਨਮੂਨੇ ਦਿਖਾਏ ਹੋਏ ਹੈ ਵੀ ਇਸ ਤਰ੍ਹਾਂ ਪੰਜਾਬੀ ਇਸ ਤਰ੍ਹਾਂ ਬੋਲੀ ਜਾਂਦੀ ਹੈ, ਹਿੰਦੀ ਇਸ ਤਰ੍ਹਾਂ, ਔਰ ਇੰਗਲਿਸ਼ ਦਾ ਯੂਜ਼ ਇਸ ਤਰ੍ਹਾਂ ਹੁੰਦਾ ਹੈ। ਅੱਗੇ ਦੇਖੋ, ਭਾਰਤ ਵਿੱਚ ਟੋਟਲ ਜਿਹੜੀਆਂ 22 ਲੈਂਗੁਏਜ ਬੋਲੀਆਂ ਜਾਂਦੀਆਂ, 22 ਭਾਸ਼ਾਵਾਂ ਬੋਲੀਆਂ ਜਾਂਦੀਆਂ, 22 ਭਾਸ਼ਾਵਾਂ। ਇੱਥੋਂ ਦੇ ਹਰ ਪ੍ਰਾਂਤ ਦੀ ਆਪਣੀ ਭਾਸ਼ਾ ਹੈ। ਸਾਨੂੰ ਵੱਧ ਤੋਂ ਵੱਧ ਭਾਸ਼ਾਵਾਂ ਸਿੱਖਣੀਆਂ ਚਾਹੀਦੀਆਂ ਹਨ ਤਾਂ ਜੋ ਹੋਰ ਪ੍ਰਾਂਤ ਦੇ ਲੋਕਾਂ ਨਾਲ ਮੇਲ ਮਿਲਾਪ ਵਧਾਇਆ ਜਾ ਸਕੇ। ਕੀ ਦਿੱਤਾ ਹੋਇਆ ਇਹਦੇ ਵਿੱਚ ਵੀ ਸਾਨੂੰ ਵੱਧ ਤੋਂ ਵੱਧ ਭਾਸ਼ਾਵਾਂ ਸਿੱਖਣੀਆਂ ਚਾਹੀਦੀਆਂ ਤਾਂ ਕਿ ਸਾਨੂੰ ਹੋਰ ਕਿਸੇ ਵੀ ਸਟੇਟ ਦੇ ਵਿੱਚ ਜਾਣਾ ਪਵੇ, ਉੱਥੇ ਜਾ ਕੇ ਉਹਨਾਂ ਲੋਕਾਂ ਦੀ ਭਾਸ਼ਾ ਸਮਝਣ ਵਿੱਚ ਸਾਨੂੰ ਕੋਈ ਦਿੱਕਤ ਨਾ ਆਵੇ। ਸੋ ਇਹ ਆਪਣਾ ਲੈਸਨ ਬੋਲੀ ਜਾਂ ਭਾਸ਼ਾ। ਇਹਦੇ ਜੋ ਕੁਐਸਚਨ ਆਨਸਰ ਹੈ ਉਹ ਤੁਸੀਂ ਬੁੱਕ 'ਤੇ ਹੀ ਕਰਨੇ ਹੋਣਗੇ, ਬੁੱਕ ਵਰਕ ਬੁੱਕ 'ਤੇ ਹੀ ਕਰਨਾ ਹੋਊਗਾ, ਇਹਦੀ ਸੈਪਰੇਟ ਨੋਟਬੁੱਕ ਨਹੀਂ ਲੱਗੇਗੀ। ਠੀਕ ਹੈ, ਇਹ ਨੋਟਸ ਤੁਹਾਨੂੰ ਪ੍ਰੋਵਾਈਡ ਕਰਵਾ ਦਿੱਤੇ ਜਾਣਗੇ। ਠੀਕ ਹੈ, ਥੈਂਕ ਯੂ, ਟੇਕ ਕੇਅਰ, ਸਟੇ ਸੇਫ।